ਤਰਨਤਾਰਨ ਆਰਪੀਜੀ ਅਟੈਕ ਮਾਮਲੇ ਦੇ 4 ਮੁਲਜ਼ਮ ਗ੍ਰਿਫਤਾਰ। ਥੋੜੀ ਦੇਰ ਦੇ ਵਿੱਚ ਡੀਜੀਪੀ ਪ੍ਰੈਸ ਕਾਨਫਰੰਸ ਕਰਕੇ ਦੇਣਗੇ ਜਾਣਕਾਰੀ। ਸਰਹਾਲੀ ਪੁਲਿਸ ਥਾਣੇ ਤੇ ਹੋਇਆ ਸੀ ਰਾਕਟ ਲਾਂਚਰ ਨਾਲ ਹਮਲਾ। ਸੰਸਦ 'ਚ ਨਹੀਂ ਹੋ ਸਕੀ ਬੇਅਦਬੀ ਦੇ ਮੁੱਦੇ ਤੇ ਚਰਚਾ। ਰਾਜ ਸਭਾ 'ਚ ਰਾਘਵ ਚੱਡਾ ਨੇ ਕੀਤੀ ਸੀ ਮੰਗ, ਪਰ ਰਾਜ ਸਭਾ ਦੇ ਡਿਪਟੀ ਚੇਅਰਮੈਨ ਦਾ ਚਰਚਾ ਕਰਾਉਣ ਤੋਂ ਇਨਕਾਰ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂ ਮਲਹੋਤਰਾ ਨੇ ਕੀਤਾ ਸਰੈਂਡਰ। ਲੁਧਿਆਣਾ ਵਿਜੀਲੈਂਸ ਦੀ ਟੀਮ ਦੇ ਸਾਹਮਣੇ ਕੀਤਾ ਆਤਮ ਸਮਰਪਣ। ਟੈਂਡਰ ਘੁਟਾਲੇ ਦੇ ਮਾਮਲੇ 'ਚ ਫਰਾਰ ਸੀ ਮੀਨੂ। ਭਾਰਤ ਭੂਸ਼ਣ ਆਸ਼ੂ ਨੂੰ ਫਿਲਹਾਲ ਨਹੀਂ ਮਿਲੀ ਰਾਹਤ। ਜ਼ਮਾਨਤ ਅਰਜ਼ੀ ਤੇ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ। 12 ਜਨਵਰੀ ਤੱਕ ਮੰਗੀ ਸਟੇਟਸ ਰਿਪੋਰਟ। ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਦੇ ਰਹੇ ਲੋਕਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼। ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਕੇ ਕਰ ਰਹੇ ਨੇ ਗੱਲਬਾਤ। ਭਾਰੀ ਪੁਲਿਸ ਬਲ ਵੀ ਹੈ ਤਾਇਨਾਤ। ਰੋਡਵੇਜ਼ ਦੀਆਂ ਕਰੀਬ 1800 ਬੱਸਾਂ ਦੀ ਰਫ਼ਤਾਰ ਤੇ ਲੱਗੀ ਬ੍ਰੇਕ। ਆਊਟਸੋਰਸ ਭਰਤੀ ਦੇ ਵਿਰੋਧ 'ਚ ਹੜਤਾਲ ਤੇ ਗਏ ਕੱਚੇ ਕਾਮੇ। ਸ਼ਾਮ 4 ਵਜੇ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਰੋਪੜ। ਥੋੜੀ ਦੇਰ ਦੇ ਵਿੱਚ ਸ਼ੁਰੂ ਹੋਏਗੀ ਧਰਮ ਪ੍ਰਚਾਰ ਕਮੇਟੀ ਦੀ ਹੰਗਾਮੀ ਮੀਟਿੰਗ। ਗੁਰੂ ਘਰਾਂ ਦੇ ਵਿੱਚ ਬੈਂਚ ਕੁਰਸੀਆਂ ਦੀ ਭੰਨਤੋੜ ਮਾਮਲੇ ਤੇ ਹੋਏਗੀ ਚਰਚਾ। ਬੇਅੰਤ ਸਿੰਘ ਕਤਲकांड ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਤੋਂ ਲਿਆਂਦਾ ਜਾਏਗਾ ਚੰਡੀਗੜ੍ਹ। ਤਿਹਾੜ ਤੋਂ ਬੁੜੈਲ ਜੇਲ੍ਹ ਕੀਤਾ ਜਾਏਗਾ ਸ਼ਿਫਟ। ਐਂਟੀ ਟੈਰਰਿਸਟ ਫਰੰਟ ਆਫ ਇੰਡੀਆ ਨੇ ਜਤਾਇਆ ਵਿਰੋਧ। ਪਟਿਆਲਾ ਦੇ ਵਿੱਚ ਡਿੱਗੀ ਮਕਾਨ ਦੀ ਛੱਤ। ਮਲਬੇ 'ਚ ਦਬਣ ਨਾਲ 22 ਸਾਲ ਦੇ ਨੌਜਵਾਨ ਦੀ ਮੌਤ। ਮਕਾਨ ਦੇ ਨਾਲ ਵਾਲੀ ਬਿਲਡਿੰਗ 'ਚ ਉਸਾਰੀ ਲਈ ਹੋ ਰਹੀ ਸੀ ਭੰਨਤੋੜ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤਰਨਤਾਰਨ ਆਰਪੀਜੀ ਅਟੈਕ ਦੇ ਨਾਲ ਜੁੜੀ ਵੱਡੀ ਖਬਰ ਹੈ। 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 1:30 ਵਜੇ ਡੀਜੀਪੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ। ਵੱਡੇ ਖੁਲਾਸੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤੇ ਜਾ ਸਕਦੇ ਨੇ। ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ਤੇ ਰਾਕਟ ਲਾਂਚਰ ਦੇ ਨਾਲ ਹਮਲਾ ਕੀਤਾ ਗਿਆ ਸੀ। ਰਾਕਟ ਲਾਂਚਰ ਦੇ ਨਾਲ ਥਾਣੇ ਤੇ ਗ੍ਰੇਨੇਡ ਦਾਗਿਆ ਗਿਆ ਸੀ ਤੇ ਇਸ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵੱਡੇ ਖੁਲਾਸੇ ਪ੍ਰੈਸ ਕਾਨਫਰੰਸ ਦੇ ਵਿੱਚ ਡੀਜੀਪੀ ਦੇ ਵੱਲੋਂ ਕੀਤੇ ਜਾਣਗੇ। ਉਸ ਗ੍ਰੇਨੇਡ ਦੀਆਂ ਤਸਵੀਰਾਂ ਨੇ ਜੋ ਦਾਗਿਆ ਗਿਆ ਸੀ ਰਾਕਟ ਲਾਂਚਰ ਦੇ ਨਾਲ। ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ਦੇ ਪਿਛਲੇ ਦਿਨੀ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 1:30 ਵਜੇ ਇੱਕ ਵੱਡੀ ਪ੍ਰੈਸ ਕਾਨਫਰੰਸ ਪੁਲਿਸ ਵਿਭਾਗ ਦੇ ਵੱਲੋਂ ਕੀਤੀ ਜਾਏਗੀ। ਡੀਜੀਪੀ ਪ੍ਰੈਸ ਕਾਨਫਰੰਸ ਕਰਨਗੇ ਤੇ ਪੂਰੀ ਜਾਣਕਾਰੀ ਇਸ ਮਾਮਲੇ ਤੇ ਦੇਣਗੇ। ਕਈ ਸਾਰੇ ਖੁਲਾਸੇ ਉਹਨਾਂ ਦੇ ਵੱਲੋਂ ਕੀਤੇ ਜਾਣਗੇ। 4 ਮੁਲਜ਼ਮਾਂ ਨੂੰ ਇਸ ਮਾਮਲੇ 'ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ਦੇ ਉੱਤੇ ਹਮਲਾ ਹੋਇਆ ਸੀ। ਰਾਕਟ ਲਾਂਚਰ ਦੇ ਨਾਲ ਹਮਲਾ ਕੀਤਾ ਗਿਆ ਸੀ। ਸਿਧਾਰਥ ਅਰੋੜਾ ਮੇਰੇ ਸਹਿਯੋਗੀ ਤਰਨਤਾਰਨ ਤੋਂ ਜੁੜੇ ਨੇ। ਸਿਧਾਰਥ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਹੁਣ ਤੱਕ ਇੱਕ ਜਾਣਕਾਰੀ ਮਿਲ ਰਹੀ ਹੈ ਕਿ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ? ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਤੇ ਔਰ ਟੈਕਨੀਕਲ ਟੀਮਾਂ ਦੇ ਨਾਲ ਜੇਸ ਏਜੰਸੀਆਂ ਵੱਲੋਂ ਜਿਹੜਾ ਇੱਕ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਗਈ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 4 ਮੁਲਾਜ਼ਮ ਪੁਲਿਸ ਜਿਹੜੇ 4 ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ 3 ਸਾਥੀ ਹਲੇ ਫਰਾਰ ਦੱਸੇ ਜਾ ਰਹੇ ਨੇ। ਔਰ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ 4 ਮੁਲਜ਼ਮਾਂ ਵਿੱਚੋਂ 2 ਮੁਲਜ਼ਮਾਂ ਦੀ ਪਛਾਣ ਜਿਹੜੀ ਹੋਈ ਹੈ ਕਿ ਕਸਬਾ ਚੋਲਾ ਸਾਹਿਬ ਦੇ ਰਹਿਣ ਵਾਲੇ ਨੇ ਔਰ ਇਹਨਾਂ ਵੱਲੋਂ ਹੀ ਇਸ ਗ੍ਰੇਨੇਡ ਜਿਹੜਾ ਅਟੈਕ ਨੂੰ ਜਿਹੜਾ ਸੀ ਅੰਜਾਮ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਿਹੜਾ ਮਾਮਲੇ ਦੀ ਜਾਂਚ ਹੋਰ ਸ਼ੁਰੂ ਕਰ ਦਿੱਤੀ ਸੀ ਔਰ ਕਈ ਸੀਸੀਟੀਵੀ ਆਧਾਰਿਤ ਜਿਹੜੀਆਂ ਸਾਹਮਣੇ ਆਈਆਂ ਸੀ, ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਜਿਸ ਤੋਂ ਬਾਅਦ ਪੁਲਿਸ ਔਰ ਦੇਸ਼ ਦੀਆਂ ਏਜੰਸੀਆਂ ਵੱਲੋਂ ਇਸ ਮਾਮਲੇ 'ਚ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਸੀ। ਔਰ ਜਦੋਂ ਪਹਿਲੇ ਡੀਜੀਪੀ ਇੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਿਤੇ ਨਾ ਕਿਤੇ ਪਾਕਿਸਤਾਨ ਦੀ ਸਾਜ਼ਿਸ਼ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਿਹੜੀ ਹੈ ਜਾਂਚ ਹੋਰ ਤੇਜ਼ ਕਰਤੀ ਸੀ। ਹੁਣ ਇਸ ਮਾਮਲੇ ਵਿੱਚ 4 ਆਰੋਪੀਆਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ 3 ਸਾਥੀ ਇਹਨਾਂ ਦੇ ਫਰਾਰ ਦੱਸੇ ਜਾ ਰਹੇ ਨੇ ਔਰ 2 ਆਰੋਪੀਆਂ ਦੀ ਪਛਾਣ ਜਿਹੜਾ ਦੱਸਿਆ ਰਿਹਾ ਕਿ ਚੋਲਾ ਸਾਹਿਬ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਹੋਈ ਹੈ। ਔਰ ਜੇ ਗੱਲ ਕੀਤੀ ਜਾਵੇ ਤਾਂ ਡੀਜੀਪੀ ਜਿਹੜੇ ਪੰਜਾਬ ਦੇ ਨੇ ਗੌਰਵ ਯਾਦਵ ਉਹ 1:30 ਵਜੇ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਨਗੇ ਅਤੇ ਹੋਰ ਜਿਹੜੇ ਖੁਲਾਸੇ ਜਿਹੜੇ ਨੇ ਉਹ ਕਰਨਗੇ। ਜੀ ਸ਼ੁਕਰੀਆ ਸਿਧਾਰਥ ਪੂਰੀ ਜਾਣਕਾਰੀ ਦੇ ਲਈ। ਤਾਂ 4 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ। 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਵੇਂ ਸਿਧਾਰਥ ਜਾਣਕਾਰੀ ਦੇ ਰਹੇ ਸੀ ਕਿ ਡੀਜੀਪੀ ਨੇ ਉਸੇ ਵੇਲੇ ਜਿਸ ਵੇਲੇ ਹਮਲਾ ਹੋਇਆ ਉਸ ਤੋਂ ਅਗਲੇ ਦਿਨ ਡੀਜੀਪੀ ਉੱਥੇ ਪਹੁੰਚਦੇ ਨੇ ਤੇ ਉੱਥੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਪਾਕਿਸਤਾਨ ਦਾ ਹੱਥ ਹੈ ਇਸ ਪੂਰੇ ਹਮਲੇ ਦੇ ਵਿੱਚ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਂ ਕੀ ਹੋਰ ਖੁਲਾਸੇ ਹੋਣਗੇ? 4 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ। ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋਣਗੇ। ਡੀਜੀਪੀ ਦੇ ਵੱਲੋਂ 1:30 ਵਜੇ ਇਸ ਪੂਰੇ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਜਾਏਗੀ।
ਗੱਲ ਜ਼ੀਰਾ ਦੀ ਕਰਦੇ ਹਾਂ, ਜਿੱਥੇ ਸ਼ਰਾਬ ਫੈਕਟਰੀ ਦੇ ਬਾਹਰੋਂ ਧਰਨਾ ਚੁਕਾਉਣ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਦੇ ਵੱਲੋਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਦੇ ਲਈ ਪਹੁੰਚੇ ਨੇ। ਇੱਕ ਪਾਸੇ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ, ਪ੍ਰਦਰਸ਼ਨਕਾਰੀ ਅਧਿਕਾਰੀਆਂ ਦੇ ਨਾਲ ਬਹਿਸ ਵੀ ਕਰ ਰਹੇ ਨੇ। ਬਹਿਸ ਵੀ ਹੋਈ ਆਪਸ ਦੇ ਵਿੱਚ। ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਮਨਾਉਣ ਦੇ ਲਈ ਪਹੁੰਚੇ ਨੇ। ਫੈਕਟਰੀ ਦੇ ਬਾਹਰ ਭਾਰੀ ਪੁਲਿਸ ਬਲ ਤੈਨਾਤ ਹੈ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਬਾਹਰੀ ਜ਼ਿਲ੍ਹਿਆਂ ਤੋਂ ਵੀ ਪੁਲਿਸ ਸੱਦੀ ਗਈ ਹੈ। ਹਰੀਕੇ ਤੋਂ ਜ਼ੀਰਾ ਤੱਕ ਜਗ੍ਹਾ-ਜਗ੍ਹਾ ਪੁਲਿਸ ਤੈਨਾਤ ਹੈ। ਕਰੀਬ 4 ਮਹੀਨੇ ਤੋਂ ਇਹ ਧਰਨਾ ਜਾਰੀ ਹੈ। ਲੋਕ ਡਟੇ ਹੋਏ ਨੇ ਇਸ ਧਰਨੇ ਦੇ ਉੱਤੇ। ਪ੍ਰਦਰਸ਼ਨਕਾਰੀ ਲੋਕਾਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਕਾਰਨ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਜ਼ਹਿਰੀਲਾ ਹੋ ਰਿਹਾ ਹੈ ਪਾਣੀ, ਜਿਸ ਦੇ ਕਾਰਨ ਇਹ ਵੀ ਉਹਨਾਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਦੇ 70-80 ਪਸ਼ੂ ਹੁਣ ਤੱਕ ਮਾਰੇ ਗਏ ਨੇ ਤੇ ਇਸ ਤੋਂ ਇਲਾਵਾ ਲੋਕਾਂ 'ਚ ਬਿਮਾਰੀਆਂ ਵੀ ਫੈਲ ਰਹੀਆਂ ਨੇ ਤੇ ਇਸੇ ਕਰਕੇ ਉਹ ਸ਼ਰਾਬ ਫੈਕਟਰੀ ਬੰਦ ਕਰਨ ਦੀ ਮੰਗ ਕਰ ਰਹੇ ਨੇ। ਤੇ ਇਸ ਸਭ ਦੇ ਦਰਮਿਆਨ ਫੈਕਟਰੀ ਦੇ ਬਾਹਰ ਹੁਣ ਅਖੰਡ ਪਾਠ ਸਾਹਿਬ ਵੀ ਆਰੰਭ ਦਿੱਤੇ ਗਏ ਨੇ। ਤਾਂ ਇਸ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਹੁਣ ਧਰਨਾ ਚੁਕਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਦੇ ਲਈ ਪਹੁੰਚੇ ਹੋਏ ਨੇ। ਕੱਲ ਵੀ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਧਰਨਾ ਚੁੱਕ ਲੈਣ ਜਾਂ ਫਿਰ ਥੋੜੀ ਦੂਰ ਜਗ੍ਹਾ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਨ, ਇਸ ਫੈਕਟਰੀ ਦੀ ਆਵਾਜਾਈ ਨਾ ਰੋਕਣ। ਕੱਲ ਆਂਦਾ ਸੀਗਾ ਸਾਨੂੰ ਕਿ ਤੁਹਾਡੀਆਂ ਮੰਗਾਂ ਸਾਰੀਆਂ ਸੀਐਮ ਤਾਈਂ ਪਹੁੰਚਾ ਦਿੰਦੇ ਹਾਂ। ਅਸੀਂ ਕੋਸ਼ਿਸ਼ ਕੀਤੀ ਸੀ ਵੀ ਮੰਗਾਂ ਲਿਖ ਕੇ ਦੇਤਾ ਜੋ ਮੰਗ ਪੱਤਰ ਸੀ ਸਾਡਾ, ਪਰ ਪ੍ਰਸ਼ਾਸਨ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਤੇ ਹੁਣ ਤੁਹਾਨੂੰ ਪਤਾ ਪ੍ਰਸ਼ਾਸਨ ਤੱਤਪਰ ਹੋ ਗਿਆ। ਪਰ ਇੱਕ ਪਾਸੇ ਪੂਰਾ ਅਸੀਂ ਜੇਕਰ ਜੀਰੇ ਦੀ ਗੱਲ ਕਰੀਏ, ਹਰੀਕੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਪੂਰੀ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ। ਤਾਂ ਲੱਗਦਾ ਕਿ ਤਾਂ ਰਾਜੀਵ ਸ਼ਰਮਾ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਤੋਂ ਇਸ ਵੇਲੇ ਲਾਈਵ ਜੁੜੇ ਹੋਏ ਨੇ। ਰਾਜੀਵ, ਇਸ ਵੇਲੇ ਸਥਿਤੀ ਕੀ ਬਣੀ ਹੋਈ ਹੈ? ਪ੍ਰਸ਼ਾਸਨ ਦੀ ਕੋਈ ਗੱਲਬਾਤ ਹੋਈ ਹੈ ਪ੍ਰਦਰਸ਼ਨਕਾਰੀਆਂ ਦੇ ਨਾਲ? ਇਸ ਵੇਲੇ ਹਾਲਾਤ ਕੀ ਨੇ? ਜੀ ਬਿਲਕੁਲ ਅਰਸ਼ਦੀਪ, ਸਵੇਰ ਤੋਂ ਅਸੀਂ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੈ ਕਿ ਇਸ ਧਰਨੇ ਨੂੰ ਖਤਮ ਕਰਵਾਇਆ ਜਾਵੇ, ਤਾਂ ਸਵੇਰ ਤੋਂ ਅਖੰਡ ਪਾਠ ਸਾਹਿਬ ਵੀ ਆਰੰਭ ਕਰ ਦਿੱਤੇ ਗਏ ਨੇ। ਕੁਝ ਦੇਰ ਪਹਿਲਾਂ ਜੋ ਏਡੀਸੀ ਨੇ ਉਹ ਪਹੁੰਚੇ ਸੀ, ਹਾਲਾਂਕਿ ਕੁਝ ਲੋਕਾਂ ਵੱਲੋਂ ਉਹਨਾਂ ਦੇ ਨਾਲ ਜੋ ਹੈ ਉਹ ਗੱਲਬਾਤ ਕਰਨ ਤੋਂ ਪਹਿਲਾਂ ਇਨਕਾਰ ਕੀਤਾ ਗਿਆ, ਪਰ ਜਿਹੜੀ 21 ਮੈਂਬਰੀ ਕਮੇਟੀ ਹੈ ਉਹਨਾਂ ਦੇ ਮੈਂਬਰ ਹੁਣ ਇਸ ਵੇਲੇ ਇੱਥੇ ਤੁਸੀਂ ਦੇਖ ਸਕਦੇ ਕਿ ਏਡੀਸੀ ਵੀ ਮੌਕੇ ਤੇ ਮੌਜੂਦ ਨੇ, ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਕਿ ਜਿਹੜੇ ਲੋਕਾਂ ਦੀਆਂ ਸ਼ਿਕਾਇਤਾਂ ਨੇ, ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਾਈਆਂ ਜਾਣ। ਤਾਂ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਇਹ ਸੁਨੇਹਾ ਲਗਾਇਆ ਗਿਆ ਕਿ ਜੇਕਰ ਉਹਨਾਂ ਦੀ ਕੋਈ ਮੰਗ ਹੈ ਉਹ ਆ ਕੇ ਇੱਥੇ ਦੱਸ ਸਕਦੇ ਨੇ। ਤਾਂ ਇਹ ਫੈਕਟਰੀ ਦੇ ਬਿਲਕੁਲ ਬਾਹਰ ਦੀ ਤਸਵੀਰ ਹੈ ਜਿੱਥੇ ਏਡੀਸੀ ਖੁਦ ਪਹੁੰਚੇ। ਹਾਲਾਂਕਿ ਕੁਝ ਦੇਰ ਪਹਿਲਾਂ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਲੋਕ ਜਿਹੜੇ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦੇ ਜਿਹੜੇ ਆਗੂ ਨੇ ਉਹ ਆ ਕੇ ਆਪਣੀ ਗੱਲ ਰੱਖ ਸਕਦੇ ਨੇ। ਦੂਸਰੇ ਪਾਸੇ ਤੁਸੀਂ ਦੇਖੋ ਕਿ ਜਿਹੜੇ ਸੰਬੰਧਿਤ ਭਾਵੇਂ ਉਹ ਸਥਾਨਕ ਲੋਕ ਨੇ ਜਾਂ ਫਿਰ ਜਿਹੜੀਆਂ ਜਥੇਬੰਦੀਆਂ ਧਰਨਾ ਦੇ ਰਹੀਆਂ ਨੇ ਲੰਮੇ ਸਮੇਂ ਤੋਂ, ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਆਗੂ ਨੇ ਉਹ ਵੀ ਇੱਥੇ ਇਕੱਤਰ ਹੁੰਦੇ ਦਿਖਾਈ ਦੇ ਰਹੇ ਨੇ। ਤਾਂ ਇੱਕ ਵਾਰ ਫਿਰ ਮੈਂ ਤਸਵੀਰ ਦਿਖਾ ਦਿਆਂ ਕਿ ਸਵੇਰ ਵੇਲੇ ਜਦੋਂ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਸ ਵੇਲੇ ਬਹੁਤ ਜ਼ਿਆਦਾ ਭੀੜ ਇੱਥੇ ਨਹੀਂ ਸੀ। ਹਾਲਾਂਕਿ ਪੁਲਿਸ ਦੀ ਜਿਹੜੀ ਨਫਰੀ ਹੈ ਉਹ ਜ਼ਰੂਰ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਜੇਕਰ ਮੈਂ ਫਿਰੋਜ਼ਪੁਰ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਗੱਲ ਕਰਾਂ ਤਾਂ ਤਰਨਤਾਰਨ, ਅੰਮ੍ਰਿਤਸਰ, ਬਹੁਤ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਫੋਰਸ ਹੈ ਉਹ ਇੱਥੇ ਤੈਨਾਤ ਕੀਤੀ ਗਈ ਹੈ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਮੋਰਚੇ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਹ ਉਹ ਜਗ੍ਹਾ, ਔਰ ਦੂਸਰੇ ਪਾਸੇ ਅਖੰਡ ਪਾਠ ਸਾਹਿਬ ਜਿੱਥੇ ਆਰੰਭ ਕੀਤੇ ਗਏ ਨੇ ਉੱਥੇ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਮੌਜੂਦ ਨੇ। ਤਾਂ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਉਹਨਾਂ ਦਾ ਹੁਣ ਇਸ ਪੂਰੇ ਜਿਹੜੇ ਮੋਰਚੇ ਨੂੰ ਹਟਾਉਣ ਦੀ ਗੱਲ ਕਹੀ ਜਾ ਰਹੀ ਹੈ ਉਹਨੂੰ ਲੈ ਕੇ ਕੀ ਰੁਖ ਹੈ। ਤਾਂ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਹੁਣ ਕੀ ਕਹਿਣਾ, ਕਿਉਂਕਿ ਏਡੀਸੀ ਦਾ ਕਹਿਣਾ ਸੀ ਕਿ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਸਾਡੇ ਤੱਕ ਰੱਖੋ, ਅਸੀਂ ਮੁੱਖ ਮੰਤਰੀ ਤੱਕ ਉਹਨਾਂ ਮੰਗਾਂ ਨੂੰ ਪਹੁੰਚਾਵਾਂਗੇ। ਤਾਂ ਕੀ ਗੱਲਬਾਤ ਹੋਈ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਏਡੀਸੀ ਵੀ ਇੱਥੇ ਪਹੁੰਚੇ ਨੇ। ਹੁਣ ਕੋਈ ਗੱਲਬਾਤ ਤੁਰੀ ਹੈ ਕਿ ਇਸ ਧਰਨੇ ਨੂੰ ਖਤਮ ਕੀਤਾ ਜਾਣਾ ਜਾਂ ਜਾਰੀ ਰਹੇਗਾ? ਅਜੇ ਜੀ ਕੋਈ ਗੱਲਬਾਤ ਨਹੀਂ ਹੋਈ। ਅਜੇ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋਊਗੀ, ਉਸ ਤੋਂ ਬਾਅਦ ਕੋਈ ਹੱਲ ਹੋਊਗਾ। ਅਜੇ ਕੋਈ ਗੱਲਬਾਤ ਨਹੀਂ। ਤਾਂ ਏਡੀਸੀ ਇੱਥੇ ਪਹੁੰਚੇ ਨੇ, ਉਹਨਾਂ ਵੱਲੋਂ ਬੁਲਾਇਆ ਗਿਆ ਤੁਹਾਨੂੰ? ਹਾਂਜੀ ਹਾਂਜੀ ਬੁਲਾਇਆ ਗਿਆ। ਹੁਣ ਲੱਗਦਾ ਕੋਈ ਉਮੀਦ ਲੱਗਦਾ ਕਿ ਕੋਈ ਹੱਲ ਨਿਕਲੂ? ਜਾ ਕੇ ਮੀਟਿੰਗ ਕਰਦੇ ਜੀ, ਜੇ ਸਾਰੇ ਸ਼ਰਤਾਂ ਮੰਨਣਗੇ ਤੇ ਫਿਰ ਅਸੀਂ ਹੱਲ ਕਰਾਂਗੇ, ਨਹੀਂ ਕਰਾਂਗੇ। ਮਤਲਬ ਤੁਹਾਡਾ ਇਹੀ ਹੈ ਵੀ ਜੇ ਸ਼ਰਤਾਂ ਪੂਰੀਆਂ ਹੋਣਗੀਆਂ ਫਿਰ ਮੋਰਚਾ? ਹਾਂਜੀ ਗਾਂ ਫਿਰ ਗੱਲ ਕਰਾਂਗੇ, ਨਹੀਂ ਉਦੋਂ ਬਿਨਾਂ ਗੱਲ ਨਹੀਂ ਕੋਈ। ਬਿਲਕੁਲ ਸਿੱਧੇ ਤੌਰ ਤੇ ਜਥੇਬੰਦੀਆਂ ਦਾ ਇੱਕੋ ਇੱਕ ਉਹਨਾਂ ਦੀ ਮੰਗ ਹੈ ਕਿ ਜੇਕਰ ਸਾਡੀਆਂ ਕਰ ਰਹੇ ਸੀ ਕਿ ਫੈਕਟਰੀ ਬੰਦ ਕੀਤੀ ਜਾਵੇ। ਬਿਲਕੁਲ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਜਿਹੜੀਆਂ ਮੁੱਖ ਮੰਗਾਂ ਜਾਂ ਸ਼ਰਤਾਂ ਹੈ ਕੀ ਨੇ, ਕਿਉਂਕਿ ਪੰਜਾਬ ਦੇ ਲੋਕਾਂ ਦੀ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਨੇ ਉਹਨਾਂ ਦੀ ਨਜ਼ਰ ਇਸ ਥਾਂ ਤੇ ਟਿਕੀ ਹੈ ਕਿਉਂਕਿ ਪੁਲਿਸ ਬਹੁਤ ਜ਼ਿਆਦਾ ਤੈਨਾਤ ਕਰ ਦਿੱਤੀ ਹੈ। ਇਹ ਜੀ ਮੰਗ ਤਾਂ ਫੈਕਟਰੀ ਬੰਦ ਦੀ ਆ। ਸਾਡਾ ਫੈਕਟਰੀ ਨੇ ਨੁਕਸਾਨ ਬਹੁਤ ਕੀਤਾ। ਕੈਂਸਰ ਸਾਡੇ ਇਲਾਕੇ ਨੂੰ ਵੰਡਦਾ ਇਹਨਾਂ ਨੇ। ਰਿਸ਼ਤਾ ਸਾਡੇ ਬੱਚਿਆਂ ਨੂੰ ਕੋਈ ਕਰਕੇ ਖੁਸ਼ ਨਹੀਂਗਾ। ਇਹ ਇਲਾਕਾ ਸਾਡਾ ਇਹ ਗੱਲ 'ਚ ਕੱਟਿਆ ਗਿਆ।
ਫੈਕਟਰੀ ਲਾਉਣ ਚ। ਪਸ਼ੂ ਸਾਡੇ ਮਰ ਗਏ ਜ਼ਹਿਰ ਨਾਲ, ਸਵਾਹ ਉੱਡ ਪੱਠਿਆਂ ਤੇ ਪੈਂਦੀ ਆ। ਹੋਰ ਇਹਦੇ ਉੱਤੇ ਸਾਡੇ ਕੋਈ ਮੰਗਾ ਇਹ ਹੀ ਆ ਵੀ ਸਾਡੀ ਫੈਕਟਰੀ ਬੰਦ ਰਹੀ। ਮੇਨ ਮੰਗ ਇਹ ਹੀ ਆ ਜੀ, ਔਰ ਤੇ ਹਾਂਜੀ ਮੇਨ ਮੰਗ ਇਹ ਹੀ ਆ ਕਿ ਜਿੰਨਾ ਚਿਰ ਸਰਕਾਰ ਇਹ ਫੈਕਟਰੀ ਪੱਕੇ ਤੌਰ ਤੇ ਬੰਦ ਨਹੀਂ ਕਰਦੀ ਉਹਨਾਂ ਚਿਰ ਅਸੀਂ ਇੱਥੋਂ ਉੱਠਣਾ ਨਹੀਂਗਾ। ਇਹ 40 ਤੋਂ 50 ਪਿੰਡਾਂ ਦਾ ਮੋਰਚਾ ਸਰਕਾਰ ਦਾ। ਉਹਨੇ ਜਿਵੇਂ ਕਹਿੰਦੇ ਹੁੰਦੇ ਨਾ, ਕੁੱਤੇ ਦੇ ਮੂੰਹ ਨੂੰ ਜਦੋਂ ਖੂਨ ਇਨਸਾਨ ਦਾ ਲੱਗ ਜਾਵੇ ਉਦੋਂ ਕੁੱਤਾ ਦੰਦ ਮਾਰਦਾ ਇਨਸਾਨ ਨੂੰ ਵਾਰ-ਵਾਰ। ਸਰਕਾਰ ਦੇ ਮੂੰਹ ਨੂੰ ਲੱਗੀ ਇਹ ਚੀਜ਼। ਜਲੰਧਰ ਦੇ ਵਿੱਚ ਜਿਹੜਾ ਘਰ ਢਹਿ ਢੇਰੀ ਕੀਤੇ ਆ ਵੀ ਬਾਅਦ ਦੇ ਵਿੱਚ ਮਾਫੀਆਂ ਮੰਗੀ ਜਾਂਦੇ ਆ। ਸਾਡੀ ਸਿੱਧੀ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਸਾਨੂੰ ਇੱਥੇ ਜਾਂ ਤਾਂ ਮਾਰ ਕੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਗੁਜ਼ਰ ਕੇ ਇਹ ਫੈਕਟਰੀ ਬੰਦ ਚਾਲੂ ਕਰ ਸਕਦੇ ਆ। ਜਿੰਨਾ ਚਿਰ ਸਾਡੇ 'ਚ ਸਾਹ ਹੈਗੇ ਆ ਉਹਨਾਂ ਚਿਰ ਕਿਸੇ ਦੀ ਮਾਂ ਦੀ ਜਾਂ ਪਿਓ ਦੀ ਜਲੰਧਰ ਦੀ ਗੱਲ ਕੀਤੀ, ਉੱਥੇ ਵੀ ਸਰਕਾਰ ਨੇ ਕੋਰਟ ਦਾ ਹਵਾਲਾ ਦਿੱਤਾ ਸੀ ਕਿ ਕੋਰਟ ਦੇ ਆਰਡਰ ਸੀ, ਔਰ ਇੱਥੇ ਵੀ ਹਾਈ ਕੋਰਟ ਦੇ ਆਦੇਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਜੀ। ਕੋਰਟ ਨੂੰ ਅਸੀਂ ਇਸ ਚੀਜ਼ ਲਈ ਮੰਨਦੇ ਹੀ ਨਹੀਂ, ਕਿਉਂਕਿ ਕੋਰਟ ਨੂੰ ਇਹ ਨਹੀਂ ਦਿਖ ਰਿਹਾਗਾ ਵੀ ਉੱਥੇ ਕਿੰਨਾ ਜਿਹੜਾ ਪਾਣੀ ਹੈ ਜ਼ਹਿਰੀਲਾ ਹੋ ਗਿਆ, ਕਿੰਨੇ ਲੋਕਾਂ ਦਾ ਨੁਕਸਾਨ ਹੋ ਗਿਆ। ਸਾਡੇ ਦਿਮਾਗਾਂ 'ਚ ਨੁਕਸਾ ਹੀ ਤੇ 5 ਮਹੀਨੇ ਤੋਂ ਸਾਡੇ ਬੁੱਢੇ ਮਾਂ ਪਿਓ ਅਸੀਂ ਕੰਮਕਾਰ ਲੋਕ ਛੱਡ ਕੇ 5-5 ਮਹੀਨੇ ਤੋਂ ਕੋਰਟ ਨੂੰ ਇਹ ਨਹੀਂ ਦਿਖਾਈ ਦੇ ਰਿਹਾ ਵੀ ਇਹ ਲੋਕ ਆ ਜਿਹੜੇ ਐਵੇਂ ਚਾਹ ਨਾਲ ਹੀ ਬੈਠੇ ਆ। ਇਸ ਕਰਕੇ ਕੋਰਟ ਦਾ ਤਾਂ ਇਹ ਸਿਰਫ ਫਾਇਦਾ ਲੈ ਕੇ, ਕੋਰਟ ਦਾ ਨਾਂ ਲੈ ਕੇ ਆ ਜਿਹੜੀ ਸਰਕਾਰ ਚਾਲ ਚੱਲਦੀ ਆ, ਇਹ ਚਾਲਾਂ ਇਹਨਾਂ ਦੀਆਂ ਨਾਕਾਮ ਕਰਾਂਗੇ। ਇਸ ਕਰਕੇ ਜਿੰਨਾ ਚਿਰ ਫੈਕਟਰੀ ਪੱਕੇ ਤੌਰ ਤੇ ਬੰਦ ਨਹੀਂ ਹੁੰਦੀਗੀ ਉਹਨਾਂ ਚਿਰ ਅਸੀਂ ਇਹ ਤੋਂ ਉੱਠਣਾ। ਤੁਸੀਂ ਕਹਿ ਰਹੇ ਹੋ ਕਿ ਫੈਕਟਰੀ ਬੰਦ ਕਰਨੀ ਸਾਡੀ ਮੁੱਖ ਮੰਗ ਹੈ, ਪਰ ਏਡੀਸੀ ਕੁਝ ਦੇਰ ਪਹਿਲਾਂ ਇੱਥੇ ਪਹੁੰਚੇ ਸੀ, ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਲਿਸਟ ਦਿਓ, ਅਸੀਂ ਮੁੱਖ ਮੰਤਰੀ ਤੱਕ ਭੇਜਾਂਗੇ ਜਿਹੜੀਆਂ ਤੁਹਾਡੀਆਂ ਮੰਗਾਂ ਨੇ। ਪਰ ਇਹ ਮੰਗ ਹਾਲੇ ਤੱਕ ਪ੍ਰਸ਼ਾਸਨ ਨੂੰ 5 ਮਹੀਨਿਆਂ 'ਚ ਪਤਾ ਨਹੀਂ ਲੱਗਾ ਕਿ ਤੁਹਾਡੀ ਤਾਂ ਮੰਗ ਫੈਕਟਰੀ ਨੂੰ ਬੰਦ ਕਰਨ। ਬਿਲਕੁਲ ਜੀ, ਪਤਾ ਕੀ ਚੱਕਰ ਆ, ਮੁੱਖ ਮੰਤਰੀ ਸਭ ਤੋਂ ਤਾਂ ਨਕੰਮਾ ਇਦੂ ਮੁੱਖ ਮੰਤਰੀ ਦੁਨੀਆ ਦੇ ਵਿੱਚ ਨਹੀਂ ਵੇਖਿਆਗਾ। 5.5 ਮਹੀਨੇ ਹੋ ਚੱਲੇ ਆ ਮੋਰਚਾ ਚੱਲਦੇ ਨੂੰ ਤੇ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਨਹੀਂ ਆਇਆਗਾ ਇਸ ਮੋਰਚੇ ਦੇ ਲਈ। ਅੱਜ ਜਦੋਂ ਪਤਾ ਵੀ ਅੱਜ ਇਹ ਲੋਕ ਨਹੀਂ ਪੱਕੇ ਤੌਰ ਤੇ ਹਟਦੇ ਨਹੀਂਗੇ, ਬੈਠ ਗਏ ਆ ਤੇ ਅੱਜ ਸੀਐਮ ਮੀਟਿੰਗ ਲਈ ਟਾਈਮ ਦੇ ਰਿਹਾ। ਅਸੀਂ ਸਾਡੀ ਜਥੇਬੰਦੀ ਜਿਹੜੇ ਸਾਡੇ ਲੋਕ ਆ ਕਮੇਟੀ ਦੇ ਸਾਡੇ ਮੈਂਬਰ ਆ, ਅਸੀਂ ਮੀਟਿੰਗ ਕਰਨ ਲਈ ਏਡੀਸੀ ਸਾਹਿਬ ਨੂੰ ਇਹ ਗੱਲ ਹੀ ਕਹੀ ਆ ਕਿ ਅਸੀਂ ਮੀਟਿੰਗ ਕਰਨ ਲਈ ਤਿਆਰ ਆ, ਮੀਟਿੰਗ ਕਰਨ ਜਾ ਰਹੇ ਆ। ਪਹਿਲਾਂ ਇਹ ਸ਼ਰਤਾਂ ਰੱਖਦੇ ਸੀ, ਅਸੀਂ ਕਿਹਾ ਅਸੀਂ ਕਿਸੇ ਸ਼ਰਤ ਤੇ ਮੀਟਿੰਗ ਨਹੀਂ ਕਰਨੀਗੀ, ਬਿਨਾਂ ਸ਼ਰਤਾਂ ਤੋਂ ਮੀਟਿੰਗ ਸੀਐਮ ਨਾਲ ਕਰਾ ਦਿਓ। ਗੱਲ ਨੂੰ ਟੋਕਣ ਲੱਗਾ, ਤੁਸੀਂ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ। ਮੈਂ ਦੱਸਣਾ ਚਾਹੁੰਦਾ ਮੁੱਖ ਮੰਤਰੀ ਦਾ ਬਿਆਨ ਆਇਆ ਸੀ, ਪਰ ਉਹ ਇਹ ਆਇਆ ਸੀ ਕਿ ਕਿਸਾਨਾਂ ਦਾ ਧਰਨਿਆਂ ਤੇ ਬਹਿਣਾ ਇੱਕ ਰਿਵਾਜ ਬਣ ਗਿਆ ਔਰ ਕੁਝ ਲੋਕ ਫੰਡ ਇਕੱਠੇ ਕਰਨ ਵਾਸਤੇ ਧਰਨੇ ਦਿੰਦੇ, ਜੇ ਤੁਹਾਨੂੰ ਯਾਦ ਹੋਵੇ। ਬਿਲਕੁਲ ਬਿਲਕੁਲ, ਉਹ ਜਦੋਂ ਅਗਰਾਹਾਂ ਦਾ ਧਰਨਾ ਚੱਲਦਾ ਸੀ ਉਦੋਂ ਬਿਆਨ ਦਿੱਤਾ ਸੀ, ਬਿਲਕੁਲ ਘਟੀਆ ਬਿਆਨ ਦਿੱਤਾ ਸੀਗਾ, ਜਿਹੜੇ ਬਿਆਨ ਦਾ ਕੋਈ ਤੁੱਕ ਨਹੀਂ ਬਣਦਾ। ਇਹ ਲੋਕਾਂ ਨੂੰ ਪਤਾ, ਜਿਹੜੇ ਲੋਕ ਕਿਸਾਨਾਂ ਦੇ ਨਾਲ ਜੁੜੇ ਆ, ਕਿ ਕਿਸਾਨ ਕਿੰਨਾ ਕੁ ਲੋਕਾਂ ਤੋਂ ਫੰਡ ਲੈਂਦੇ ਆ ਜਾਂ ਕਿੰਨਾ ਕੁ ਗਲਤ ਕਿਸਾਨ ਫੰਡ ਦਾ ਯੂਜ਼ ਕਰਦੇ ਆ। ਇਹਨਾਂ ਨੂੰ ਆਪ ਦਾ ਜਿਹੋ ਜਿਹੇ ਕਹਿੰਦੇ ਹੁੰਦੇ ਚੋਰ ਨੂੰ ਚੋਰ ਹੀ ਲੱਗਦੇ ਆ। ਇਹ ਸਾਰੇ ਸਰਕਾਰਾਂ ਜਿੰਨੀਆਂ ਹੁਣ ਤੱਕ ਪੰਜਾਬ ਦੇ ਵਿੱਚ ਆਈਆਂ, ਘਪਲਾਬਾਜ਼ ਤੇ ਚੋਰ ਆਈਆਂ, ਅੱਜ ਇਹ ਫੈਕਟਰੀ ਦਾ ਮਾਲਕ ਇੱਕ ਤਾਂ ਇਹ ਸਰਕਾਰ ਨੂੰ, ਆਮ ਆਦਮੀ ਨੂੰ ਦਿਖ ਰਿਹਾ, ਜਿਹੜਾ ਉਹੀ ਭਗਵੰਤ ਮਾਨ ਆ ਜਿਹੜਾ ਕਹਿੰਦਾ ਸੀਗਾ ਇੱਕ ਵੀ ਧਰਨਾ ਨਹੀਂ ਲੱਗੂਗਾ, ਹਰਾ ਪੈਨ ਮੇਰਾ ਨਹੀਂ ਤੁਹਾਡਾ ਹੋਊਗਾ। ਕੀ ਗੱਲ ਅੱਜ ਹਰੇ ਪੈਨ ਦੇ ਵਿੱਚੋਂ ਸ਼ਾਹੀ ਮੁੱਕ ਗਈ ਕਿ ਹਰਾ ਪੈਨ ਟੁੱਟ ਗਿਆ? ਅੱਜ ਕੀ ਭਗਵੰਤ ਮਾਨ ਨੂੰ ਕੋੜ ਚੱਲ ਗਿਆ ਕਿ ਉਹਨਾਂ ਨੂੰ ਇਹ ਲੋਕ ਦਿਖਾਈ ਨਹੀਂ ਦੇ ਰਹੇਗੇ, ਇਹਨਾਂ ਲੋਕਾਂ ਤੱਕ ਪਹੁੰਚ ਨਹੀਂ ਹੋ ਰਹੀਗੀ ਭਗਵੰਤ ਮਾਨ ਦੀ। ਅੱਜ ਉਹ ਭਗਵੰਤ ਮਾਨ ਆ ਜਿਹੜਾ ਆਮ ਤੋਂ ਖਾਸ ਬਣ ਗਿਆ। ਇਸ ਕਰਕੇ ਸਾਡੀ ਇਹ ਜਿਹੜੀ ਸੀਐਮ ਨਾਲ ਮੀਟਿੰਗ ਕਰਾਉਣ ਲੱਗੇ ਉਹ ਸਾਡੀ ਜਿਹੜੀ ਕਮੇਟੀ ਆ ਕਰੂਗੀ, ਪਰ ਅਸੀਂ ਬਿਨਾਂ ਸ਼ਰਤ ਤੋਂ ਮੀਟਿੰਗ ਕਰਾਂਗੇ। ਸਾਡੀ ਉਹਦੇ 'ਚ ਇੱਕੋ ਸ਼ਰਤ ਰੱਖੀ ਆ, ਅਸੀਂ ਹੁਣ ਆਪਦੇ ਵੱਲੋਂ ਜਿਹੜੀ ਰੱਖੀ ਆ ਕਮੇਟੀ ਵੱਲੋਂ ਵੀ ਅਸੀਂ ਉੱਥੇ ਜਾ ਕੇ ਫੈਕਟਰੀ ਬੰਦ ਦੀ ਗੱਲ ਕਰਨੀ ਆ। ਫੈਕਟਰੀ ਬੰਦ ਤੋਂ ਬਿਨਾਂ ਸਾਡਾ ਦੂਜਾ ਕੋਈ ਸਮਝੌਤਾ ਨਹੀਂ ਸਰਕਾਰ। ਬਿਲਕੁਲ ਅਰਸ਼ਦੀਪ, ਸਿੱਧੇ ਤੌਰ ਤੇ ਇੱਕੋ ਇੱਕ ਮੰਗ ਹੈ ਕਿ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ। ਤਾਂ ਲੋਕਾਂ ਦਾ ਕਹਿਣਾ ਕਿ ਸਾਡਾ ਪਰਿਵਾਰਾਂ ਦਾ ਨੁਕਸਾਨ ਹੋ ਰਿਹਾ, ਇਸ ਦੇ ਨਾਲ ਜਿਹੜੇ ਪਸ਼ੂ ਨੇ ਉਹਨਾਂ ਨੂੰ ਜਿਹੜਾ ਚਾਰਾ ਦਿੱਤਾ ਜਾਂਦਾ ਉਹ ਜ਼ਹਿਰੀਲਾ ਹੋ ਰਿਹਾ। ਤਾਂ ਇਹਨਾਂ ਦਾ ਕਹਿਣਾ ਕਿ ਸਾਡੀ ਹੋਰ ਮੰਗ ਹੀ ਕੋਈ ਨਹੀਂ ਹੈ। ਤਾਂ ਅਸੀਂ ਕਹਿ ਸਕਦੇ ਕਿ ਇੱਕ ਬੜੀ ਦੁਵਿਧਾ ਵਾਲੀ ਸਥਿਤੀ ਬਣੀ ਹੋਈ ਹੈ। ਇੱਕ ਪਾਸੇ ਤਾਂ ਹਾਈ ਕੋਰਟ ਦੇ ਆਦੇਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਜਿਹੜੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇੱਕ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਆਪਣੀ ਜਿਹੜੀ ਲਿਸਟ ਹੈ ਉਹ ਦਿਓ, ਅਸੀਂ ਮੁੱਖ ਮੰਤਰੀ ਤੱਕ ਉਹ ਸੂਚੀ ਪਹੁੰਚਾਉਂਦੇ ਆ, ਉਸ ਤੋਂ ਬਾਅਦ ਤੁਹਾਡੀ ਜਿਹੜੀ ਮੀਟਿੰਗ ਆ ਉਹ ਵੀ ਫਿਕਸ ਕਰਵਾਈ ਜਾਏਗੀ। ਪਰ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਦਾ ਇਹੀ ਕਹਿਣਾ ਕਿ ਸਾਡੀ ਇੱਕੋ ਇੱਕ ਮੰਗ ਹੈ ਕਿ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ। ਤਾਂ ਅਸੀਂ ਕਹਿ ਸਕਦੇ ਕਿ ਪ੍ਰਸ਼ਾਸਨ ਦੇ ਲਈ ਇੱਕ ਵੱਡੀ ਚੁਣੌਤੀ ਇਸ ਵੇਲੇ ਜ਼ਰੂਰ ਬਣਿਆ ਹੋਇਆ। ਇੱਕ ਪਾਸੇ ਤਾਂ ਹਾਈ ਕੋਰਟ ਦੇ ਜਿਹੜੇ ਆਦੇਸ਼ ਨੇ ਉਹਨਾਂ ਦੀ ਪਾਲਣਾ ਦੀ ਗੱਲ ਕਹੀ ਜਾ ਰਹੀ ਹੈ, ਤੁਸੀਂ ਮੌਕੇ ਤੇ ਦੇਖ ਸਕਦੇ
ਸਕਦੇ ਹੋ ਕਿ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਰਾਜੀਵ ਮੈਂ ਤੁਹਾਨੂੰ ਰੋਕਣਾ ਚਾਹਾਂਗੀ, ਦੁਬਾਰਾ ਤੁਹਾਡਾ ਰੁਖ ਕਰਾਂਗੇ। ਇੱਕ ਵਾਰੀ ਅਸੀਂ ਇਹ ਸੁਣਦੇ ਹਾਂ ਕਿ ਏਡੀਸੀ ਮੌਕੇ ਤੇ ਪਹੁੰਚੇ ਸੀ, ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਦਰਸ਼ਨਕਾਰੀਆਂ ਦੇ ਨਾਲ ਤੇ ਉਸ ਵੇਲੇ ਬਹਿਸ ਵੀ ਹੋਈ ਹੈ। ਉਹਨਾਂ ਨੂੰ ਵੀ ਠੱਗਿਆ ਗਿਆ ਸੀ। ਸੀਓਡੀ ਰਿਪੋਰਟ ਮੰਗੀ ਹੈ, ਕੁਝ ਨਹੀਂ ਕਿਹਾ ਉਹਨਾਂ ਨੇ ਹਾਈ ਕੋਰਟ ਨੇ ਵੀ ਇੱਥੇ ਕੋਈ ਜਿਹੜਾ ਹੈਗਾ ਸਰ ਨਹੀਂ ਕੋਈ ਤੁਸੀਂ ਯੂ ਕੈਨ ਲਿਸਨ, ਤੁਹਾਡੀ ਇੱਛਾ ਮੈਂ ਆਪਣੀ ਗੱਲ ਕਰ ਰਿਹਾ। ਆਪਾਂ ਤਾਂ ਗੱਲ ਕਰਨਾ ਹੈ ਸਰ ਕੋਈ ਨਹੀਂ ਜੀ, ਮੈਂ ਫਿਰ ਆਪਣੀ ਗੱਲ ਪੂਰੀ ਕਰ ਲਵਾਂ। ਕਹਿਣ ਤੁਸੀਂ ਹਾਂ ਪਹਿਲੇ ਸਾਨੂੰ ਕਰ ਲੈਣ, ਤੁਸੀਂ ਆਪ ਯਾਰ ਤੁਹਾਡੇ ਕੋਲ ਪੂਰਾ ਟਾਈਮ। ਸਰ ਮੈਂ ਆਪਣੀ ਗੱਲ ਮੇਰੀ ਲਾਈਵ ਚੱਲ ਰਹੀ ਹੈ, ਮੈਂ ਆਪਣਾ ਮੈਸੇਜ ਦੇਣਾ, ਤੁਸੀਂ ਬਾਤ ਕਰ ਲੈਣਾ, ਤੁਸੀਂ ਬਾਤ ਕਰ ਲੈਣਾ। ਸਾਡੇ ਪਹਿਲੇ ਇੱਥੇ ਅਸੀਂ ਬਾਰ-ਬਾਰ ਸਾਰਿਆਂ ਨੂੰ ਕੱਲ ਵੀ ਇੱਥੇ ਆ ਕੇ ਪਰਸੋਂ ਵੀ ਆ ਕੇ ਨੂੰ ਅਸੀਂ ਕਮੇਟੀ ਤੁਹਾਡੀ ਬੁਲਾਈ। ਸਰ ਬੇਨਤੀ ਹੈ, ਤੁਹਾਨੂੰ ਇੰਟਰਪਟ ਕਰਨ ਵਾਸਤੇ ਨਹੀਂ ਬੁਲਾਇਆ ਸੀ, ਪਲੀਜ਼ ਸਾਨੂੰ ਗੱਲ ਕਰਨ ਦਿਓ। ਅਸੀਂ ਤੁਹਾਨੂੰ ਨਹੀਂ ਬੁਲਾਇਆ ਇੱਥੇ, ਜਾਓ ਚਲੇ ਜਾਓ। ਠੀਕ ਹੈ ਤੁਸੀਂ ਜਾਓ, ਸਾਡੀ ਗੱਲ ਨਹੀਂ ਸੁਣਨੀ, ਸਾਨੂੰ ਇੰਟਰਪਟ ਨਾ ਕਰੋ, ਸਾਨੂੰ ਇੰਟਰਪਟ ਨਾ ਕਰੋ, ਸਾਡੀ ਗੱਲ ਨੋ 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 ਵੀ ਜੋ ਤੁਸੀਂ ਕਮੇਟੀ ਬਿਲਕੁਲ ਗਲਤ ਹੈ ਤੁਹਾਡੀ ਗੱਲ। ਅਸੀਂ ਆਪਣੀ ਗੱਲ ਦੱਸਣੀ ਚਾਹੁੰਦੇ ਤੁਹਾਨੂੰ, ਨਾ ਕਿ ਤੁਹਾਡੀ ਸੁਣਨੀ ਚਾਹੁੰਦੇ ਆ। ਅਸੀਂ ਬਿਲਕੁਲ ਤੁਹਾਡੀ ਗੱਲ ਕੋਈ ਸੁਣ ਨਹੀਂ ਰਹੇ, ਅਸੀਂ ਆਪਣੀ ਗੱਲ ਦੱਸਣੀ ਚਾਹੁੰਦੇ ਆ। ਸੀਐਮ ਸਾਹਿਬ ਨਾਲ ਮੀਟਿੰਗ ਕੋਈ ਸੀਐਮ ਸਾਹਿਬ ਨਹੀਂ ਹੈਗਾ, ਅਸੀਂ ਉਸਨੂੰ ਕੋਈ ਸੀਐਮ ਨਹੀਂ ਮੰਨਦੇ, ਕੋਈ ਸੀਐਮ ਨਹੀਂ ਹੈਗਾ ਸਾਡਾ, ਤੁਹਾਡਾ ਹੋਊਗਾ ਕਰਾਉਣ ਨੂੰ ਤਿਆਰ ਆ। ਬਿਲਕੁਲ। ਤੁਸੀਂ ਹੁਣੇ ਦਿਓ, ਅਸੀਂ ਹੁਣੇ ਲੈ ਕੇ ਜਾਂਦੇ ਆ। ਤੁਹਾਡੀ ਮੈਂਬਰੀ ਤੁਸੀਂ ਲਿਸਨ ਕਰੋ ਫਿਰ ਸੁਣਨਾ ਸਿੱਖੋ। ਚਲੋ ਜੀ ਸੁਣੋ ਇੱਕ ਮਿੰਟ, ਤੁਸੀਂ ਸੁਣਨਾ ਸਿੱਖੋ, ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦੇ। ਐਡਮਿਨਿਸਟ੍ਰੇਸ਼ਨ ਤੁਸੀਂ ਸੁਣਨਾ ਤਾਂ ਸਿੱਖੋ, ਕਿ ਸੁਣਨਾ ਸਿੱਖੋ। ਬੰਦਿਆਂ ਦੀ ਜੋ ਤੁਸੀਂ ਯੰਗ ਆਈਐਸ ਅਫਸਰ ਹੋ, ਤੁਸੀਂ ਮਾੜਾ ਜਿਹਾ ਦੇਖੋ ਸੈਕਟਰੀ ਬਣਦਾ ਹੈ, ਸੁਣੋ ਤਾਂ ਸਹੀ, ਸੁਣਨਾ ਸਿੱਖੋ, ਤੁਸੀਂ ਸੁਣਨਾ ਤਾਂ ਸਿੱਖੋ। ਮੈਂ ਕਹੂੰਗਾ ਮੇਰਾ ਹਾਈ ਕੋਰਟ ਜੋ ਕਰਨੀ ਹੈ ਮੇਰਾ ਕਰ ਲਵੇ, ਤੁਸੀਂ ਵੀ ਚੁੱਪ ਕਰਕੇ ਸੁਣਦੇ ਲਓ ਨਾ। ਜਸਟ ਲਿਸਨ, ਟਰਾਈ ਟੂ ਲਿਸਨ। ਤੁਸੀਂ ਸੁਣਦੇ ਨਹੀਂ, ਇਹੀ ਪ੍ਰੋਬਲਮ ਹੈ, ਇਹੀ ਪ੍ਰੋਬਲਮ ਹੈ। ਤੁਸੀਂ ਜਿਹੜੇ ਜੰਪੇ ਦੀ ਆਈਐਸ ਬਣ ਜਾਂਦੇ ਹੋ, ਉਹਦੇ ਸੁਣਨਾ ਬੰਦ ਕਰ ਦਿੰਦੇ ਹੋ। ਤੁਸੀਂ ਤਾਂ ਸੈਕਟਰੀ ਬਣਨਾ ਟਾਈਮ ਦਿੱਤਾ ਹੈਗਾ। ਬਿਲਕੁਲ ਕੋਈ ਸਾਡੀ, ਅਸੀਂ ਆਪਣੀ ਗੱਲ ਕਰਨੀ ਚਾਹੁੰਦੇ ਹਾਂ। ਸਰਪੰਚ ਸਾਹਿਬ ਜੋ ਤੁਸੀਂ ਟੀਮ ਬਣਾਈ ਹੋਈ ਹੈ, ਅਸੀਂ ਆਪਣੀ ਗੱਲ ਕਰਨੀ ਚਾਹੁੰਦੇ ਹਾਂ। ਅਸੀਂ ਉਹ ਟੀਮ ਦੇ ਮੈਂਬਰ ਹਾਂ, ਮੈਂ ਵੀ ਹੈਗਾ। ਅਸੀਂ ਉਹਨੂੰ ਲੈ ਕੇ ਜਾਵਾਂਗੇ, ਸੀਐਮ ਸਾਹਿਬ ਨਾਲ ਬੁਲਾਉਣੇ ਆ। ਇਹ ਗੱਲ ਨੂੰ ਇੰਟਰਪਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਓ ਗਏ, ਲਓ ਜੀ ਆਜੋ ਆਪਾਂ ਗੱਲ ਕਰਦੇ ਹਾਂ। ਸੁਣੋ ਇਹ ਉਹ ਲੋਕ ਨੇ ਜਿਹੜੇ ਸਿਰਫ ਜਿਹੜੇ ਹੈਗੇ ਆ ਉਹ ਹੁਕਮ ਵਜਾਉਣ ਵਾਸਤੇ ਆਉਂਦੇ ਆ, ਜਿਹੜਾ ਇਹਨਾਂ ਨੂੰ ਦਿੱਤਾ ਜਾਂਦਾ ਹੈ। ਕਸੂਰ ਕੋਈ ਨਹੀਂ ਹੈਗਾ ਇਹਨਾਂ ਦਾ, ਗੁਲਾਮ ਹੈਗੇ ਇਹ, ਅਸੀਂ ਇਹਨਾਂ ਦੇ ਗੁਲਾਮ ਨਹੀਂ ਹੈਗੇ। ਰਿਪੋਰਟ ਮੰਗੀ ਹੈ, ਕੁਝ ਨਹੀਂ ਕਿਹਾ ਉਹਨਾਂ ਨੇ ਹਾਈ ਕੋਰਟ ਨੇ ਵੀ ਇੱਥੇ ਕੋਈ ਜਿਹੜਾ ਹੈਗਾ ਸਰ ਨਹੀਂ ਕੋਈ ਤੁਸੀਂ ਯੂ ਕੈਨ ਲਿਸਨ, ਤੁਹਾਡੀ ਇੱਛਾ ਮੈਂ ਆਪਣੀ ਗੱਲ ਕਰ ਰਿਹਾ। ਆਪਾਂ ਤਾਂ ਗੱਲ ਕਰਨਾ ਹੈ ਸਰ ਕੋਈ ਨਹੀਂ ਜੀ, ਮੈਂ ਫਿਰ ਆਪਣੀ ਗੱਲ ਪੂਰੀ ਕਰ ਲਵਾਂ। ਕਹਿਣ ਤੁਸੀਂ ਹਾਂ ਪਹਿਲੇ ਸਾਨੂੰ ਕਰ ਲੈਣ, ਤੁਸੀਂ ਆਪ ਯਾਰ ਤੁਹਾਡੇ ਕੋਲ ਪੂਰਾ ਟਾਈਮ। ਸਰ ਮੈਂ ਆਪਣੀ ਗੱਲ ਮੇਰੀ ਲਾਈਵ ਚੱਲ ਰਹੀ ਹੈ, ਮੈਂ ਆਪਣਾ ਮੈਸੇਜ ਦੇਣਾ, ਤੁਸੀਂ ਬਾਤ ਕਰ ਲੈਣਾ, ਤੁਸੀਂ ਬਾਤ ਕਰ ਲੈਣਾ। ਸਾਡੇ ਪਹਿਲੇ ਇੱਥੇ ਅਸੀਂ ਬਾਰ-ਬਾਰ ਸਾਰਿਆਂ ਨੂੰ ਕੱਲ ਵੀ ਇੱਥੇ ਆ ਕੇ ਪਰਸੋਂ ਵੀ ਆ ਕੇ ਨੂੰ ਅਸੀਂ ਕਮੇਟੀ ਤੁਹਾਡੀ ਬੁਲਾਈ। ਸਰ ਬੇਨਤੀ ਹੈ, ਤੁਹਾਨੂੰ ਇੰਟਰਪਟ ਕਰਨ ਵਾਸਤੇ ਨਹੀਂ ਬੁਲਾਇਆ ਸੀ, ਪਲੀਜ਼ ਸਾਨੂੰ ਗੱਲ ਕਰਨ ਦਿਓ। ਅਸੀਂ ਤੁਹਾਨੂੰ ਨਹੀਂ ਬੁਲਾਇਆ ਇੱਥੇ, ਜਾਓ ਚਲੇ ਜਾਓ। ਠੀਕ ਹੈ ਤੁਸੀਂ ਜਾਓ, ਸਾਡੀ ਗੱਲ ਨਹੀਂ ਸੁਣਨੀ, ਸਾਨੂੰ ਇੰਟਰਪਟ ਨਾ ਕਰੋ, ਸਾਨੂੰ ਇੰਟਰਪਟ ਨਾ ਕਰੋ, ਸਾਡੀ ਗੱਲ ਨੋ 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 ਵੀ ਜੋ ਤੁਸੀਂ ਕਮੇਟੀ ਬਿਲਕੁਲ ਗਲਤ ਹੈ ਤੁਹਾਡੀ ਗੱਲ। ਅਸੀਂ ਆਪਣੀ ਗੱਲ ਦੱਸਣੀ ਚਾਹੁੰਦੇ ਤੁਹਾਨੂੰ, ਨਾ ਕਿ ਤੁਹਾਡੀ ਸੁਣਨੀ ਚਾਹੁੰਦੇ ਆ। ਅਸੀਂ ਬਿਲਕੁਲ ਤੁਹਾਡੀ ਗੱਲ ਕੋਈ ਸੁਣ ਨਹੀਂ ਰਹੇ, ਅਸੀਂ ਆਪਣੀ ਗੱਲ ਦੱਸਣੀ ਚਾਹੁੰਦੇ ਹਾਂ। ਸੀਐਮ ਸਾਹਿਬ ਨਾਲ ਮੀਟਿੰਗ ਕੋਈ ਸੀਐਮ ਸਾਹਿਬ ਨਹੀਂ ਹੈਗਾ, ਅਸੀਂ ਉਸਨੂੰ ਕੋਈ ਸੀਐਮ ਨਹੀਂ ਮੰਨਦੇ, ਕੋਈ ਸੀਐਮ ਨਹੀਂ ਹੈਗਾ ਸਾਡਾ, ਤੁਹਾਡਾ ਹੋਊਗਾ ਕਰਾਉਣ ਨੂੰ ਤਿਆਰ ਆ। ਬਿਲਕੁਲ। ਤੁਸੀਂ ਹੁਣੇ ਦਿਓ, ਅਸੀਂ ਹੁਣੇ ਲੈ ਕੇ ਜਾਂਦੇ ਆ। ਤੁਹਾਡੀ ਮੈਂਬਰੀ ਤੁਸੀਂ ਲਿਸਨ ਕਰੋ ਫਿਰ ਸੁਣਨਾ ਸਿੱਖੋ। ਚਲੋ ਜੀ ਸੁਣੋ ਇੱਕ ਮਿੰਟ, ਤੁਸੀਂ ਸੁਣਨਾ ਸਿੱਖੋ, ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦੇ। ਐਡਮਿਨਿਸਟ੍ਰੇਸ਼ਨ ਤੁਸੀਂ ਸੁਣਨਾ ਤਾਂ ਸਿੱਖੋ, ਕਿ ਸੁਣਨਾ ਸਿੱਖੋ। ਬੰਦਿਆਂ ਦੀ ਜੋ ਤੁਸੀਂ ਯੰਗ ਆਈਐਸ ਅਫਸਰ ਹੋ, ਤੁਸੀਂ ਮਾੜਾ ਜਿਹਾ ਦੇਖੋ ਸੈਕਟਰੀ ਬਣਦਾ ਹੈ, ਸੁਣੋ ਤਾਂ ਸਹੀ, ਸੁਣਨਾ ਸਿੱਖੋ, ਤੁਸੀਂ ਸੁਣਨਾ ਤਾਂ ਸਿੱਖੋ। ਮੈਂ ਕਹੂੰਗਾ ਮੇਰਾ ਹਾਈ ਕੋਰਟ ਜੋ ਕਰਨੀ ਹੈ ਮੇਰਾ ਕਰ ਲਵੇ, ਤੁਸੀਂ ਵੀ ਚੁੱਪ ਕਰਕੇ ਸੁਣਦੇ ਲਓ ਨਾ। ਜਸਟ ਲਿਸਨ, ਟਰਾਈ ਟੂ ਲਿਸਨ। ਤੁਸੀਂ ਸੁਣਦੇ ਨਹੀਂ, ਇਹੀ ਪ੍ਰੋਬਲਮ ਹੈ, ਇਹੀ ਪ੍ਰੋਬਲਮ ਹੈ। ਤੁਸੀਂ ਜਿਹੜੇ ਜੰਪੇ ਦੀ ਆਈਐਸ ਬਣ ਜਾਂਦੇ ਹੋ, ਉਹਦੇ ਸੁਣਨਾ ਬੰਦ ਕਰ ਦਿੰਦੇ ਹੋ। ਤੁਸੀਂ ਤਾਂ ਸੈਕਟਰੀ ਬਣਨਾ ਟਾਈਮ ਦਿੱਤਾ ਹੈਗਾ। ਬਿਲਕੁਲ ਕੋਈ ਸਾਡੀ, ਅਸੀਂ ਆਪਣੀ ਗੱਲ ਕਰਨੀ ਚਾਹੁੰਦੇ ਹਾਂ। ਸਰਪੰਚ ਸਾਹਿਬ ਜੋ ਤੁਸੀਂ ਟੀਮ ਬਣਾਈ ਹੋਈ ਹੈ, ਅਸੀਂ ਆਪਣੀ ਗੱਲ ਕਰਨੀ ਚਾਹੁੰਦੇ ਹਾਂ। ਅਸੀਂ ਉਹ ਟੀਮ ਦੇ ਮੈਂਬਰ ਹਾਂ, ਮੈਂ ਵੀ ਹੈਗਾ। ਅਸੀਂ ਉਹਨੂੰ ਲੈ ਕੇ ਜਾਵਾਂਗੇ, ਸੀਐਮ ਸਾਹਿਬ ਨਾਲ ਬੁਲਾਉਣੇ ਆ। ਇਹ ਗੱਲ ਨੂੰ ਇੰਟਰਪਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਓ ਗਏ, ਲਓ ਜੀ ਆਜੋ ਆਪਾਂ ਗੱਲ ਕਰਦੇ ਹਾਂ। ਸੁਣੋ ਇਹ ਉਹ ਲੋਕ ਨੇ ਜਿਹੜੇ ਸਿਰਫ ਜਿਹੜੇ ਹੈਗੇ ਆ ਉਹ ਹੁਕਮ ਵਜਾਉਣ ਵਾਸਤੇ ਆਉਂਦੇ ਆ, ਜਿਹੜਾ ਇਹਨਾਂ ਨੂੰ ਦਿੱਤਾ ਜਾਂਦਾ ਹੈ। ਕਸੂਰ ਕੋਈ ਨਹੀਂ ਹੈਗਾ ਇਹਨਾਂ ਦਾ, ਗੁਲਾਮ ਹੈਗੇ ਇਹ, ਅਸੀਂ ਇਹਨਾਂ ਦੇ ਗੁਲਾਮ ਨਹੀਂ ਹੈਗੇ। ਤਾਂ ਇਹ ਤਸਵੀਰਾਂ ਨੇ ਉਸ ਵੇਲੇ ਦੀਆਂ ਜਦੋਂ ਏਡੀਸੀ ਮੌਕੇ ਤੇ ਪਹੁੰਚੇ, ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਉਹ ਮੀਟਿੰਗ ਕਰਵਾਉਣਗੇ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਤਰੀ ਦੇ ਨਾਲ। ਦੂਸਰੇ ਪਾਸੇ ਬਲਵਿੰਦਰ ਸੇਖੋਂ ਹਮਾਇਤ ਦੇ ਵਿੱਚ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਜਿਹੜੀਆਂ ਮੰਗਾਂ ਨੇ ਉਹ ਰੱਖਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਇਲਜ਼ਾਮ ਲਗਾਏ ਕਿ ਪ੍ਰਸ਼ਾਸਨ ਦੇ ਵੱਲੋਂ ਗੱਲ ਸੁਣੀ ਹੀ ਨਹੀਂ ਜਾ ਰਹੀ। ਮੇਰੇ ਸਹਿਯੋਗੀ ਜੁੜੇ ਹੋਏ ਨੇ ਰਾਜੀਵ ਸ਼ਰਮਾ। ਰਾਜੀਵ, ਕਿਵੇਂ ਦੇਖਿਆ ਜਾਵੇ
ਏਡੀਸੀ ਪਹੁੰਚੇ ਸੀ। ਏਡੀਸੀ ਨੇ ਕਿਹਾ ਕਿ ਅਸੀਂ ਮੀਟਿੰਗ ਕਰਵਾਵਾਂਗੇ ਤੁਹਾਡੀ, ਲੇਕਿਨ ਦੂਸਰੇ ਪਾਸੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਾਂ ਬਲਵਿੰਦਰ ਸੇਖੋਂ ਜੋ ਉਹਨਾਂ ਦੀ ਹਮਾਇਤ ਤੇ ਉਤਰੇ ਨੇ, ਉਹ ਇਲਜ਼ਾਮ ਲਗਾ ਰਹੇ ਨੇ ਕਿ ਪ੍ਰਸ਼ਾਸਨ ਗੱਲ ਸੁਣਨ ਨੂੰ ਹੀ ਤਿਆਰ ਨਹੀਂ। ਜੀ ਬਿਲਕੁਲ, ਇੱਕ ਪਾਸੇ ਅਸੀਂ ਕਹਿ ਸਕਦੇ ਕਿ ਪੂਰੀ ਇੱਕ ਜਿਹੜੀ ਸਥਿਤੀ ਹੈ ਉਹ ਕਾਫੀ ਦੁਚਿੱਤੀ ਵਾਲੀ ਬਣੀ ਹੋਈ ਹੈ ਕਿ ਇੱਕ ਪਾਸੇ ਤਾਂ ਹਾਈ ਕੋਰਟ ਦੇ ਆਦੇਸ਼ ਨੇ, ਦੂਜੇ ਪਾਸੇ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਹੈ ਕਿ ਸ਼ਾਂਤਮਈ ਢੰਗ ਦੇ ਨਾਲ ਜੋ ਹੈ ਇਸ ਧਰਨੇ ਨੂੰ ਖਤਮ ਕੀਤਾ ਜਾਵੇ ਜਾਂ ਫਿਰ ਇਸ ਦੀ ਜਿਹੜੀ ਜਗ੍ਹਾ ਹੈ ਉਸ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਟਕਰਾਅ ਦੀ ਸਥਿਤੀ ਹੈ ਉਹ ਨਾ ਬਣੇ। ਪਰ ਇੱਥੇ ਦੋ ਚੀਜ਼ਾਂ ਨੇ, ਇੱਕ ਪਾਸੇ ਤਾਂ 10 ਜ਼ਿਲ੍ਹਿਆਂ ਤੋਂ ਵੱਧ ਦੀ ਜਿਹੜੀ ਪੁਲਿਸ ਫੋਰਸ ਹੈ ਉਹ ਇੱਥੇ ਤੈਨਾਤ ਕਰ ਦਿੱਤੀ ਗਈ ਹੈ। ਜੇਕਰ ਅਸੀਂ ਤਰਨਤਾਰਨ ਵਾਲੇ ਪਾਸਿਓਂ ਗੱਲ ਕਰੀਏ ਤਾਂ ਹਰੀਕੇ ਤੋਂ ਹੀ ਪੁਲਿਸ ਦੀ ਜਿਹੜੀ ਤੈਨਾਤੀ ਹੈ ਉਹ ਨਜ਼ਰ ਆਉਣੀ ਸ਼ੁਰੂ ਹੋ ਚੁੱਕੀ ਹੈ। ਦੂਸਰੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਵੀ ਇਹੀ ਹਾਲਾਤ ਨੇ। ਤਾਂ ਜਿੱਥੋਂ ਤੱਕ ਜ਼ੀਰੇ ਦਾ ਸਵਾਲ ਹੈ ਤਾਂ ਜਿੰਨੇ ਵੀ ਐਗਜ਼ਿਟ ਪੁਆਇੰਟ ਨੇ ਜਾਂ ਫਿਰ ਜਿੰਨੇ ਐਂਟਰੀ ਪੁਆਇੰਟ ਨੇ ਉੱਥੇ ਬੈਰੀਕੇਡਿੰਗ ਕੀਤੀ ਗਈ ਹੈ, ਬਕਾਇਦਾ ਪੁਲਿਸ ਫੋਰਸ ਤੈਨਾਤ ਵੀ ਹੈ ਔਰ ਨਾਲ ਦੀ ਨਾਲ ਹੋਰ ਫੋਰਸ ਵੀ ਪਹੁੰਚ ਰਹੀ ਹੈ। ਤਾਂ ਕਿਤੇ ਨਾ ਕਿਤੇ ਇਸ ਮੋਰਚੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਤਾਂ ਜ਼ਰੂਰ ਇਹ ਸੋਚਦੇ ਹੋਣਗੇ ਕਿ ਸ਼ਾਇਦ ਪੁਲਿਸ ਵੱਲੋਂ ਕੋਈ ਲਾਠੀ ਚਾਰਜ ਕੀਤਾ ਜਾਣਾ ਜਾਂ ਕੀ, ਪਰ ਆਮ ਜਿਹੜੇ ਲੋਕ ਨੇ ਉਹ ਜ਼ਰੂਰ ਹੈਰਾਨ ਨੇ ਕਿ ਆਖਿਰਕਾਰ ਸਰਕਾਰ ਦੇ ਲਈ ਕਿੰਨੀ ਕੁ ਵੱਡੀ ਚੁਣੌਤੀ ਹੈ। ਜੇਕਰ ਇੱਕ ਧਰਨਾ ਦੇ ਦਿੱਤਾ ਜਾਂਦਾ, ਇੱਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਂਦਾ, ਜਾਂ ਤਾਂ ਫਿਰ ਪਹਿਲਾਂ ਹੀ ਇਹਨਾਂ ਚੀਜ਼ਾਂ ਤੇ ਧਿਆਨ ਦੇ ਕੇ ਜਾਂ ਫਿਰ ਇਹਨਾਂ ਨੂੰ ਉਸ ਵੇਲੇ ਹੀ ਹੱਲ ਕਰ ਲਿਆ ਜਾਵੇ, ਪਰ ਬਾਅਦ ਦੇ ਵਿੱਚ ਸਰਕਾਰੀ ਮਸ਼ੀਨਰੀ ਜਿਹੜੀ ਹੈ, ਜਿੰਨੇ ਵੀ ਸਰਕਾਰੀ ਅਮਲਾ ਹੈ, ਉਸ ਨੂੰ ਕਿਤੇ ਨਾ ਕਿਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ। ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਇਹ ਮੇਨ ਗੇਟ ਹੈ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ, ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਦੂਜੇ ਪਾਸੇ ਇੱਕ ਹੋਰ ਤਸਵੀਰ ਜਿਹੜੀ ਅਸੀਂ ਲਗਾਤਾਰ ਸਵੇਰ ਤੋਂ ਗੱਲਬਾਤ ਵੀ ਕਰ ਰਹੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਅਖੰਡ ਪਾਠ ਸਾਹਿਬ ਜੋ ਨੇ ਉਹ ਇੱਥੇ ਸਵੇਰ ਤੋਂ ਆਰੰਭ ਕਰ ਦਿੱਤੇ ਗਏ ਸੀ। ਤਾਂ ਜੇਕਰ ਅਸੀਂ ਜਿਹੜੀ ਸਿੱਖ ਮਰਿਆਦਾ ਦੇ ਮੁਤਾਬਕ ਗੱਲ ਕਰੀਏ ਤਾਂ ਲੋਕ ਪਾਏ ਜਾਂਦੇ ਨੇ, ਕਰਕੇ ਹੁਣ ਪ੍ਰਸ਼ਾਸਨ ਦੇ ਲਈ ਕਿ ਜੇਕਰ ਉਹ ਅਖੰਡ ਪਾਠ ਸਾਹਿਬ ਦੇ ਵਿੱਚ ਕੋਈ ਵਿਘਨ ਪ੍ਰਸ਼ਾਸਨ ਵੱਲੋਂ ਪਾਇਆ ਜਾਂਦਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ। ਦੂਸਰੇ ਪਾਸੇ ਲਗਾਤਾਰ ਜਿਹੜੀਆਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇੱਥੇ ਪਹੁੰਚ ਰਹੀਆਂ ਨੇ। ਸਵੇਰੇ ਅਸੀਂ ਜਿਹੜਾ ਜ਼ਿਕਰ ਕਰ ਰਹੇ ਸੀ ਕਿ ਸੀਸੀਟੀਵੀ ਕੈਮਰਿਆਂ ਦੇ ਨਾਲ ਜਿਹੜੀਆਂ ਲੈਸ ਪੁਲਿਸ ਦੀਆਂ ਗੱਡੀਆਂ ਨੇ ਉਹ ਤੈਨਾਤ ਨੇ, ਤਾਂ ਉਹਨਾਂ ਦੇ ਵਿੱਚ ਵੀ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ। ਤਾਂ ਹੁਣ ਅਸੀਂ ਥੋੜੀ ਦੂਰ ਜਾ ਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਦੇਖੋ ਕਿ ਜਿਹੜੇ ਪੁਲਿਸ ਦੇ ਵਾਹਨ ਨੇ ਸੀਸੀਟੀਵੀ ਕੈਮਰੇ ਦੇ ਨਾਲ ਬਕਾਇਦਾ ਜਿਹੜਾ ਕੰਟਰੋਲ ਰੂਮ ਹੈ ਪੁਲਿਸ ਦਾ, ਉੱਥੇ ਇੱਕ ਜਿਹੜੀ ਤਸਵੀਰ ਹੈ ਇੱਥੋਂ ਦੀ ਇੱਕ ਜਿਹੜੀ ਜਾਣਕਾਰੀ ਹੈ ਉਹ ਸੀਨੀਅਰ ਅਧਿਕਾਰੀਆਂ ਬਿਲਕੁਲ। ਤਾਂ ਹਾਲਾਤ ਕਿਤੇ ਨਾ ਕਿਤੇ ਚੁਣੌਤੀ ਪ੍ਰਸ਼ਾਸਨ ਦੇ ਲਈ ਬਣੇ ਹੋਏ ਨੇ, ਜਿੱਥੇ ਇੱਕ ਪਾਸੇ ਪ੍ਰਦਰਸ਼ਨਕਾਰੀ ਡਟੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਨੇ। ਏਡੀਸੀ ਮੌਕੇ ਤੇ ਪਹੁੰਚੇ ਸੀ ਜਿਨ੍ਹਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਅਜੇ ਵੀ ਧਰਨਾ ਚੁੱਕਿਆ ਜਾਏਗਾ ਜਾਂ ਪ੍ਰਸ਼ਾਸਨ ਕਰਨ ਵਾਸਤੇ ਨਹੀਂ ਬੁਲਾਇਆ ਸੀ। ਪਲੀਜ਼ ਸਭ ਗੱਲ ਕਰ ਦਿਓ, ਹੱਲ ਹੁੰਦਾ ਹੈ ਅਸੀਂ ਨਹੀਂ ਬੁਲਾਇਆ